मेरे पास एक बंदे ने वीडियो भेजी है और मैं खुद भी चाहता हूं कि ये वीडियो आपको दिखाऊं। मैं आपसे हाथ जोड़कर माजरत चाहता हूं कि आपके मैं रोक रहा हूं। जी जी, नो ये प्रॉब्लम। वडाइज साहब को मैंने दिखानी थी, लेकिन मुफ्ती साहब ने गाड़ी थोड़ी तेज शायद चलाई है, तो वो वडाइज साहब कहीं नीचे उतर गए हैं। ये मैं दिखाना चाहता हूँ भाई, आप थोड़ा सा, ये जो बंदा आपको वडाइज साहब कह रहा था ना कि फलाना गालीबाज है, फलाना गालीबाज है, इस बंदे की अपनी कारकर्दगी में आपके सामने, ये सलीम मीर ही बैठा हुआ है जी, माइंड रोस्टर मीर, सिखों की ब्राड है। जरा सुनना, दिल थाम के सुनना जरा। जो दूसरों को गालीबाज कह रहा है ना, इसकी अपनी जुबान सुनना और नतीजा देखना क्या निकलने लगा है। किताब है या नहीं? ओ भाई मैं कह रहा मैं हुणे कढ़ लेना रंगीला रसूल किताब। ये रंगीला रसूल किताब है, ਤੁਸੀਂ ਜਨਾਬ ਰੰਗੀਲਾ ਰਸੂਲ ਉਹਨਾਂ ਦੀ ਕਿਤਾਬ ਹੈ। ਜਿਵੇਂ ਰੰਗੀਲਾ ਰਸੂਲ ਕਿਤਾਬ ਹੈ ਨਾ, ਜਿਵੇਂ ਰੰਗੀਲਾ ਰਸੂਲ ਕਿਤਾਬ ਲਿਖੀ ਹੈ, ਪਹਿਲੇ ਕੀ ਕੋਈ ਨਹੀਂ ਨਬੀ। ਇਹ ਭਾਜੀ ਗੱਲ ਸੁਣੋ, ਇਹ ਕੀ ਕਰ ਰਿਹਾ ਹੈ, ਤੁਸੀਂ ਕੀ ਕਰ ਰਿਹਾ ਹੈ ਕਿ ਇਹ ਕਿਤਾਬ ਕੱਢ ਕੇ ਨਾ ਸਾਡੇ ਮੁਖਾਲਫ ਯਾਰ ਮਾਈਕ ਤੇ ਮਿਊਟ ਕਰ ਲੈਣਾ। ਉਹ ਗੱਲ ਤੇ ਤੂੰ ਕਰ ਲਈ ਹੈ, ਮੇਰੀ ਗੱਲ ਤੇ ਸੁਣ ਲੈ ਹੁਣ। ਇਹ ਰੰਗੀਲਾ ਰਸੂਲ ਇਹ ਕਿਤਾਬ ਹੈ, ਇਹ ਦੱਸੋ ਕਿਹਦੀ ਕਿਤਾਬ ਹੈ? ਤੁਹਾਡੇ ਪਹਿਲੇ ਕੀ ਨਹੀਂ ਮੁਸਲਮਾਨਾਂ ਨੂੰ, ਤੁਸੀਂ ਤਾਂ ਮੁਸਲਮਾਨ ਹੈ ਨਹੀਂ, ਤੂੰ ਦੱਸਣਾ ਹੈ। ਉਹ ਤੂੰ ਬਰੇਲਵੀ ਹੈ, ਤੂੰ ਕਬਰਾਂ ਦਾ ਪੁਜਾਰੀ ਹੈ। ਤੁਸੀਂ ਇਹਨੂੰ ਮੰਨਦਾ, ਤੂੰ ਇਹਨੂੰ ਮੰਨਦਾ, ਤੂੰ ਰੰਗੀਲਾ ਰਸੂਲ ਕਿਤਾਬ ਨੂੰ, ਇਹ ਰੰਗੀਲਾ ਰਸੂਲ ਕਿਤਾਬ ਨੂੰ ਮੰਨਣਾ ਤੂੰ? ਆਹ ਵੇਖੋ ਅਸੀਂ ਕਿੱਥੇ ਮੰਨਦੇ, ਦੇਖੋ ਤੇਰੇ ਰੰਗੀਲਾ ਰਸੂਲ ਹੈ। ਇਹਨੂੰ ਮਾਈਕ ਤੇ ਮਿਊਟ ਕਰੋ, ਬੋਲੀ ਜਾਣ ਡਿਆ, ਮਾਈਕ ਮਿਊਟ ਕਰੋ। ਇਹ ਜਿਹੜਾ ਮੁੰਡਾ ਸਿੱਖ ਉੱਤੇ ਬੈਠੇ ਆ, ਇਹ ਵੀ ਹੋਸਟ ਵੀ ਸਿੱਖ ਹੈ, ਤੇ ਇਹ ਮੁੰਡਾ ਹੁਣ ਬੋਲਦਾ ਪਿਆ ਸਿੱਖ। ਇਹਦੀ ਗੱਲ ਗੌਰ ਨਾਲ ਸੁਣਿਆ ਜੇ, ਤਵੱਜੋ ਨਾਲ ਸਾਰੇ ਭਰਾ। ਮਾਈਕ ਮਿਊਟ ਕਰੋ। ਦੇਖੋ ਤੇਰਾ ਮਿਊਟ ਆ, ਹੱਥ ਕੰਬੰਡੇ ਨੇ ਝੂਠੇ। ਉਹ ਭਾਈ ਜੀ ਮਾਈਕ ਮਿਊਟ। ਯਾਰ ਇੱਕ ਇੱਕ ਕਰਕੇ ਗੱਲ ਕਰੋ ਯਾਰ ਪਲੀਜ਼। ਹੈਰੀ ਭਾਜੀ ਸਾਂਭਿਓ ਯਾਰ। ਅੱਛਾ ਸ਼ਾਹਸਾਰ ਭਾਈ, ਜਿਹੜੀ ਕਿਤਾਬ ਆ ਰਿਹਾ ਸਾਡੇ ਦੁਸ਼ਮਣਾਂ ਨੇ ਲਿਖੀ, ਉਹਦੇ ਚ ਜ਼ਨਾਹ ਦੇ ਇਲਜ਼ਾਮ ਲਾਏ ਨੇ, ਇਹ ਬੋਲਣਾ ਜਾਇਜ਼ ਹੈ? ਇੰਜੀਨੀਅਰ ਦੀ ਰਸੂਲ ਕਿਤਾਬ ਹੈ, ਇਹਦੇ ਚ ਅੱਲਾਹ ਦੇ ਨਬੀ ਦੇ ਜ਼ਨਾਹ ਦੇ ਇਲਜ਼ਾਮ ਲਾਏ ਨੇ। ਤੁਹਾਡਾ ਦੁਸ਼ਮਣ ਹੋ ਗਿਆ ਦਾ ਮਤਲਬ ਹੈ? ਗੱਲ ਫੇਰ ਹੋਈ ਗੱਲ। ਇਹ ਜਿਹੜਾ ਰੰਗੀਲਾ ਰਸੂਲ ਦੇ ਨਾਲ ਪੰਡਤ ਜੰਬੂਪਤੀ, ਪੰਡਤ ਜੰਬੂਪਤੀ ਨੂੰ ਮਾਨਣਾ ਨਾ, ਤੁਹਾਡਾ ਦੁਸ਼ਮਣ ਹੋ ਗਿਆ। ਗਾਲਾਂ ਕੱਢ ਰਿਹਾ, ਗਾਲਾਂ ਸਾਹਿਬ ਇਹ ਗਾਲਾਂ ਕੱਢ ਰਿਹਾ, ਅਮਰਵਾਨ ਗਾਲਾਂ ਕੱਢ ਰਿਹਾ, ਅਮਰਵਾਨ ਗਾਲਾਂ ਕੱਢ ਰਿਹਾ। ਯਾਦ ਇਹਨੂੰ ਥੱਲੇ ਲਾ ਕੇ ਮਿਹਰਬਾਨੀ ਫਰਮਾ ਕੇ, ਤੇ ਜਾਂ ਫਿਰ ਇੰਜ ਨਾ ਕਰੋ, ਠੀਕ ਹੈ? ਇਹਨੇ ਗਾਲਾਂ ਕੱਢ ਰਿਹਾ, ਗਾਲਾਂ ਕੱਢ ਰਿਹਾ, ਅਮਰਵਾਨ ਵਾਲਾ ਕਹੇਗਾ ਤੇ ਗਾਲ ਨਹੀਂ, ਸੌਰੀ ਗਾਲਾਂ ਕੱਢ ਰਿਹਾ ਗੱਡੀ ਵਿੱਚ। ਸਾਨੂੰ ਉਹ ਦੱਸਣੇ ਜੋ ਉਹਨੇ ਲਿਖਿਆ ਕਿ ਮੈਂ ਆਹ ਕੰਮ ਕੀਤੇ। ਰੰਗੀਲਾ ਰਸੂਲ ਚ ਲਿਖਿਆ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੇ ਜ਼ਨਾ ਕੀਤਾ, ਇਹ ਕੋਈ ਅੱਛੀ ਗੱਲ ਹੈ? ਮੁਖਾਲਫ ਤੇ ਗੱਲ, ਮੁਖਾਲਫ ਤੇ ਵੀ ਕਹਿਣਗੇ ਅਸਤਗਫਿਰullah। ਜੀ ਬੰਦ ਕਰੋ ਜੀ ਇਹਨੂੰ। ਮੇਰੇ ਕਹਿੰਦਾ ਸੀ ਲਾਨਤੀ ਕਿ ਜਨਾਬ ਇਹ ਫਲਾਣਾ ਗਾਲੀਬਾਜ਼ ਹੈ, ਫਲਾਣਾ ਗਾਲੀਬਾਜ਼ ਹੈ, ਇਹ ਦੂਸਰਿਆਂ ਦੇ ਕਾਬਰੀਨ ਨੂੰ ਮੂੰਹ ਭਰ ਭਰ ਕੇ ਗਾਲਾਂ ਕੱਢਦੇ ਨੇ। ਇਹ ਸੁਣਨਾ ਜਰਾ, ਥੋੜੀ ਜਿਹੀ ਗੱਲ ਹੈ ਸਿੱਖ ਦੀ, ਮੈਂ ਜ਼ਰੂਰ ਤੁਹਾਨੂੰ ਸੁਣਾਣੀ, ਜਰਾ ਗੌਰ ਨਾਲ ਸੁਣੋ। ਸੰਸਾਰ ਭਾਈ ਮਿਊਟ ਰੋ ਸਾਰੇ। ਹੁਣ ਜੇ ਮੈਨੂੰ ਕਿਸੇ ਦੀ ਗਾਲ ਦਿੱਗੀ, ਮੈਂ ਬਾਈ ਨੀਚੇ ਗੇਰ ਦੇਣਾ। ਇੱਥੇ ਲਾਈਵ ਚੱਲੀਏ ਸਾਰੇ ਭਰਾ। ਗਾਲ ਕੱਢਣੀ ਚਾਹੀਦੀ ਨਹੀਂ, ਗਾਲ ਚੰਗੀ ਨਹੀਂ ਹੈਗੀ ਵੀਰੇ। ਮੈਂ ਤੇ ਗਾਲ ਕੱਢੀ ਨਹੀਂ ਵੀਰੇ ਕੋਈ ਵੀ। ਮੈਂ ਵੀਰੇ ਸਭ ਨੂੰ ਦੱਸ ਰਿਹਾ, ਮੈਂ ਕਿਸੇ ਨੂੰ ਬਿਲਕੁਲ ਸੋਹਣੀ ਗੱਲ ਕੀਤੀ ਵੀਰੇ, ਸੋਹਣੀ ਗੱਲ। ਮਾਈਕ ਮਿਊਟ ਕਰ ਲੈਣਾ, ਉਹਦੀ ਗੱਲ ਤੇ ਸੁਣ ਲੈਂਦੇ। ਤੇ ਦੂਜੀ ਗੱਲ ਭਾਜੀ ਨੇ ਇਹਨਾਂ ਨੂੰ ਤਕਲੀਫ ਬੜੀ ਹੁੰਦੀ, ਹੋਸਟ ਬਣਿਆ। ਦੂਜੀ ਗੱਲ ਹੈਰੀ ਭਾਜੀ, ਮੈਨੂੰ ਨਹੀਂ ਪਤਾ ਕਿ ਕਿਹੜਾ ਕਿਸ ਜਥੇਬੰਦੀ ਤੋਂ ਹੈ, ਕੌਣ ਕਿਹੜਾ ਹੈਗਾ ਬੰਦਾ। ਮੈਂ ਹੈਰੀ ਭਾਜੀ ਗਾਲ ਨਹੀਂ ਕੱਢੀ ਵੀਰੇ, ਕਿਸੇ ਨੇ ਉੱਚਾ ਨੀਚਾ ਲਫ਼ਜ਼ ਨਹੀਂ ਬੋਲਣਾ। ਆਪਣੀ ਇੱਕ ਇੱਕ ਕਰਕੇ ਗੱਲ ਕਰੋ। ਆਪਾਂ ਫਿਸ਼ ਮਾਰਕੀਟ ਨਹੀਂ ਬਣਾਣੀ, ਆਪਾਂ ਮੱਛੀ ਬਾਜ਼ਾਰ ਨਹੀਂ ਬਣਾਣਾ। ਇੱਕ ਇੱਕ ਕਰਕੇ ਮੇਰਾ ਭਰਾ ਸਾਰੇ ਮੇਰੇ ਖੁਦ ਦਿਓ, ਮੌਕਾ ਖੁਦ ਦਿਓ। ਛੋਟੀ ਸਰਕਾਰ ਭਾਈ ਤੁਸੀਂ ਮਿਊਟ ਰੱਖੋ ਨਾ, ਜੇ ਤੁਹਾਡੀ ਲੋੜ ਪਏ ਜਦੋਂ ਸਿਰਫ ਉਦੋਂ ਬੋਲੋ, ਬਾਕੀ ਉਹਨਾਂ ਨੂੰ ਗੱਲ ਕਰਨ। ਹੁਣ ਮੈਨੂੰ ਤੁਸੀਂ ਇਹ ਦੱਸੋ, ਤੁਹਾਡੇ ਤੋਂ ਜਿੰਨੇ ਵੀ ਬੈਠੇ ਆ ਆਪਣੇ ਜੋ ਕਿਹਨੇ ਗੱਲ ਕਰਨੀ ਹੈ, ਮੈਂ ਉਹਦਾ ਮਾਈਕ ਖੋਲੂਗਾ। ਮੈਂ ਨਹੀਂ ਤਾਂ ਮੈਂ ਲਾ ਦੇਣਾ ਫਿਰ। ਜੇ ਮੈਂ ਠੀਕ ਹੈ, ਤੁਸੀਂ ਨਾ ਮੇਰੀ ਸਕਰੀਨ ਵੱਡੀ ਕਰ ਦਿਓ, ਮੈਂ ਤੁਹਾਨੂੰ ਇਹਦੇ ਸਵਾਲ ਦਾ ਜਵਾਬ ਦੇ ਦਿਆਂ। ਬਾਕੀ ਮਿਊਟ ਆਮਿਰ ਭਾਈ ਪਲੀਜ਼ ਬਿਫੋਰ ਤੁਸੀਂ ਗੱਲ ਅੱਗੇ ਰੱਖੋ ਨਾ, ਬਿਫੋਰ ਗੱਲ ਅੱਗੇ ਰੱਖੋ। ਦੇਖੋ ਇੱਕ ਫਿਰ ਤੀਜੀ ਤੇ ਐਡ ਹੋ ਜਾਣੀ ਹੈ ਇਹਦੇ ਵਿੱਚ। ਮਾਈਂਡ ਰੋਸਟਡ ਬਾਈ ਜੀ, ਤੁਸੀਂ ਦੇਖੋ ਜੇ ਤੁਸੀਂ ਹਵਾਲਾ ਦੇਣਾ ਨਾ ਤਾਂ ਰੰਗੀਲਾ ਰਸੂਲ ਦਾ ਨਾਂ ਦਿਓ।
ਤੁਸੀਂ ਕਿਸੇ ਮੁਸਲਮਾਨ ਦੀ ਲਿਖੀ ਹੋਈ ਉਹ ਕਿਤਾਬ ਦੇ ਦਾ ਰਿਹਾ ਦਿਓ। ਭਾਜੀ, ਇਹ ਅਮਰਵਾਨ ਨੇ ਸਾਡੇ ਦੁਸ਼ਮਣਾਂ ਦੀ ਕਿਤਾਬ ਦਾ ਹਵਾਲਾ ਦਿੱਤਾ ਹੈ। ਤੁਸੀਂ ਸਹੀ ਕਹਿ ਰਹੇ ਹੋ। ਗੱਲ ਤਾਂ ਸੁਣੋ ਜਿਹੜੇ ਨਾਨ ਮੁਸਲਿਮ ਨੇ ਕਿਤਾਬ ਲਿਖੀ ਹੈ ਨਾ, ਤੁਸੀਂ ਪਲੀਜ਼ ਮੇਰੀ ਗੱਲ ਧਿਆਨ ਨਾਲ ਸੁਣਿਓ, ਉਹਦਾ ਹਵਾਲਾ ਨਾ ਦਿਓ। ਤੁਸੀਂ ਜੇ ਹਵਾਲਾ ਦੇਣਾ ਨਾ, ਤੁਸੀਂ ਹਵਾਲਾ ਦੇ ਦਿਓ ਸਲਮਾਨ ਰਸ਼ਦੀ ਦੀ ਬੁੱਕ ਸਟੈਨਿਕ ਵਰਸਸ, ਉਹ ਇੱਕ ਮੁਸਲਮਾਨ ਦੀ ਲਿਖੀ ਹੈ, ਠੀਕ ਹੈ। ਤੁਸੀਂ ਆਹ ਹਵਾਲਾ ਨਾ ਦਿਓ ਰੰਗੀਲਾ ਰਸੂਲ ਦਾ। ਇਹਦੇ ਕਰਕੇ ਹਿੰਦੁਸਤਾਨ ਦੇ ਵਿੱਚ ਬਹੁਤ ਕਤਲੋਗਾਰਤ ਹੋਈ ਸੀ 1927-28 ਦੇ ਵਿੱਚ। ਇਦਾਂ ਦੇ ਹਵਾਲੇ ਨਾ ਦਿਓ ਜਿਹਦੇ ਨਾਲ ਆਪਸੀ ਮਤਲਬ ਅਸੀਂ ਤੁਹਾਡੇ ਸਾਹਮਣੇ ਆ ਕੇ ਖੜੇ ਹੋ ਜੀ ਇੱਕ ਤਰੀਕੇ ਨਾਲ, ਸਮਝੇ ਗੱਲ ਤੁਸੀਂ? ਠੀਕ ਹੈ, ਹੁਣ ਇੱਕ ਮਿੰਟ ਮੇਰੀ ਅਰਜ਼ ਸੁਣ ਲਓ। ਮੇਰਾ ਮਕਸਦ ਸਿਰਫ ਇਹ ਵੇ ਕਿ ਇਹ ਜਿਹੜਾ ਇਹ ਅਮਰ ਬੈਠਾ ਹੈ, ਇਹਨੇ ਸਾਡੇ ਦੁਸ਼ਮਣਾਂ ਦੀ ਕਿਤਾਬ ये गंदा कीड़ा आपको कह रहा था वड़ाइच साहब सुबह, ये गंदगी का कीड़ा कह रहा था कि फलाना गालीबाज है, फलाना गालीबाज है, जिसको सिखों के लड़के आपकी आंखों के सामने सिखों के लड़के कह रहे हैं कि ये किताब जो उसने राजपाल ने छापी थी ये ना पढ़ना, फिर तीसरी धिर बीच में शामिल हो जाएगी। हम वहां से हैं इंडियन पंजाब से, हमारे यहाँ पहले ही कत्लो गारत हो चुकी है इस किताब को लेकर। ये दोबारा यहाँ पढ़ोगे फिर कत्लो गारत हो जाएगी पंजाब में, हमारे पंजाब में, मशरकी पंजाब में। ये वो मिर्जाई है जो सिखों की बरात पर जाकर खोल कर बैठा हुआ था रंगीला रसूल किताब। ये आपको कह रहा है कि ये अमर नजीर दूसरों के काबरीन को मुंह भर भर कर गालियां देता है। ये तुम्हारी असलियत है। तुम वड़ैच साहब को अकेले बिठा के म्यूट करके खामोश करके, उनका वैसे भी मिजाज भी ठंडा ही है, तो उनको बिठा के तुम दे सकते हो लेक्चर 1 घंटे का, लेकिन तुम हमारे सामने बैठकर ये बात करके दिखाओ, हम तुम्हें साबित करें गालीबाज कौन है। सारी मिर्जाइयत गालीबाज है, हर मिर्जाई गालीबाज है। देख लें, यहां नीचे मैसेजेस देख लें, अपने कलाम, अपनी जुबान देख लें, अपने अल्फाज देख लें। हजरत मोहम्मद मुस्तफ़ा सल्लल्लाहु अलैहि वसल्लम के मुतल्लिक तुमने क्या बकवास किया इसमें? कोई शर्म होती है, कोई हया होती है? इन मिर्जाइयों को क्या पता कि ये क्या होती है। अफसोस तो हमारे इन मुसलमान भाइयों पर है कि मुफ्ती साहब थोड़ी जुबान तो सख्त इस्तेमाल करते हैं, लेकिन मुफ्ती साहब सही रो रहे थे कि आप इनको इतना मतलब एक्स्ट्रा प्रोटोकॉल जो दे रहे हैं ना, ये इसके हकदार नहीं है। मिर्जाई इसके हकदार नहीं है जितना आप इनको प्रोटोकॉल दे रहे हैं। इनको हमने कॉर्नर कर दिया, मुखरज मिनल मिल्ला है, दायरा इस्लाम से खारिज हैं। ये जो बार बार उधर कह रहे हैं ना 72 फिरके, मुस्लिम उम्मत से तुम अलग हो, तुम दायरा इस्लाम से निकल चुके हो। अगर तमीज से बात करनी है बहुत अच्छी बात है, अगर नहीं करनी तो दफा हो जाओ, हमें कोई जरूरत नहीं है तुम्हारे साथ बात करने की। किसी मुसलमान को नहीं चाहिए कि वो जाकर आपके दाबे सुने, आपके दबके सुने, आपके धमकियां सुने, आपके थ्रेट सुने और आपके ये वाविल्ले सुने। किसी को कोई मजबूरी नहीं है, ना कोई इतनी अशद जरूरत है, ना कोई ऐसी इमरजेंसी है, ना तुम्हारा मजहब इतना दुनिया में फैल रहा है कि तुमने अन्नी डाल दी है। कराची में 10,000 बंदा मरजाई हो गया है, पंजाब चो में कोई 50,000 बंदा मरजाई हो गया है, KPK चो में कोई 2 लाख बंदा मरजाई। इस तरह की तो बात ही कोई नहीं है। 1993 से लेकर 2005 तक 16 करोड़ बैतों का जो झूठ तुमने बोला है, 3 अगस्त 2005 के अल-फजल अखबार में पूरा गोशवारा छपा हुआ है, जिस पर तुम्हारे 5वें चौथे खलीफा ने कसम खाई है, हलफ मुअक्कद अजाब खाया है कि अल्लाह की लानत हो उस पर जो झूठ बोले। और वो झूठ बोलकर मरा, झूठ बोलकर उसने ये सारी बातें सुनाई लोगों को। कोई बंदा दे सकता है उन बातों का सबूत? वो 16-18 करोड़ बंदे किधर हैं? तो वो तो झूठ है सारा। हमें तो कोई खतरा नहीं है कि आपके कोई 18 करोड़ मिर्जाई हो गए दुनिया में, 16 करोड़ मिर्जाई दुनिया में फैल गए, इस तरह की तो बात ही कोई नहीं। बंदा दूर से आता हुआ मिर्जाई की आवाज सुनता है, मिर्जाई का नाम सुनता है, वो नाक पे रुमाल रख लेता है। ऐसा हमें खतरा नहीं है। हमें अपने मुसलमान भाइयों से ये शिकवा ना हमारा समझें, हमारी दरखास्त समझें कि आप अपने मुसलमान भाइयों को, उनको डिस्करेज ना करें, उनको इनकरेज करें, अपना हौसला बुलंद रखें। अगर ये तमीज से आपके साथ बराबरी की सतह पर अदब से, इखलाक से बात करें, जितना टाइम उसने बात किया अगर वो उतना टाइम आपको भी बोलने के लिए देता है, फाबिया। नहीं तो बराड छोड़ के आ जाएं, लेफ्ट कर दें ऐसी बराड जिसके ऊपर बैठ के सिर्फ भाषण सुनने, क्या फायदा उसका सुनने का। आपको देखकर दूसरे मुसलमान भाइयों का हौसला पस्त होता है कि शायद हम इतने मजबूर हैं कि हम मिर्जाइयों की ये लगवियात सुनेंगे बैठकर, क्या जरूरत है इसकी।
ہمیں ان کی کوئی مجبوری نہیں ہے, ہم نے ان کو نکال دیا مسلم امت سے, ہمیں اب ان کے پیچھے جانے کی کوئی ضرورت نہیں ہے. اگر انہوں نے بات کرنی ہے تو یہ ان کے اپنے ہاتھ میں ہے, انہوں نے اپنے کابرین کی عزت کروانی ہے تو یہ ان کے اپنے ہاتھ میں ہے, ہمارے ہاتھ میں کچھ نہیں ہے. یہ اپنا فیصلہ خود کریں, بات کرنا چاہتے ہیں ادب سے کریں, اخلاق سے کریں, نہیں کرنا چاہتے جائیں جہنم جائیں, ہمیں کوئی پرواہ نہیں. یہ دیکھیں یہ صفیہ سسٹر آئی ہیں. عامر بھائی مجھے موقع دیں پلیز. جی جی, السلام علیکم رحمۃ اللہ. وعلیکم السلام ورحمۃ اللہ. اخراج کے بعد سب کو پتہ ہے کہ میں احمدی براڈز پہ نہیں جاتی, لیکن میرے مخاطب اس وقت احمدی ہیں. عامر بھائی معذرت, پہلے ہی میں نے اپنی والدہ کی پکچر بلر کری ہے, لیکن میں کتنے دن ہو گئے تھے میں ٹک ٹاک سے جان کے دور ہوئی تھی. لیکن احمدیو مجھے ایک بات بتا دو کہ اس پکچر کے اوپر ان کے والد کی پکچر لگی ہے. اگر جواب میں یہ لوگ جو ہے ہمارے اکابرین کی پکچر لگائیں گے تو کتنا واویلا مچے گا. یہ جو خاتون ہے یہاں پر, یہ میری ماں ہے, یہ آپ لوگوں کی ماں بھی ہو سکتی ہے, یہ کسی کی بھی ماں ہو سکتی ہے. لیکن دوسری طرف میں تھک گئی ہوں یہ باتیں سن کر کہ ہمارا ایک نظام ہے, ہمارے ایک خلیفہ ہیں. آپ لوگ یہ کھیتے مٹی, آپ لوگ یہ کام کر رہے ہو. میں نے ابھی لگائی ہے, آج تھک کر کے شاید کہیں سے کوئی آواز آ جائے مجھے کہ بس کر دو, بند کروا دو یہ سارا کچھ. آپ لوگ ہٹ کیوں نہیں رہے ہو؟ میں پڑھوں گی. عامر بھائی جانا ہے آپ نے تو پلیز چلے جائے, غصہ کرنا ہے کر لیجیے گا, لیکن اب برداشت کی بھی حد ہوتی ہے. مطلب ایک خاتون, ان کی شکل دیکھیں, ان کی جھریاں دیکھیں, احمدیو ذرا بھی شرم نہیں آ رہی, مطلب بالکل بھی نہیں شرم آ رہی ہے اس کو دیکھ کر. نیچے لکھا ہے چمپا کلی مزے کے چکر میں. پڑھو اس کو, پڑھو اس کو. اور اگر آپ لوگوں نے اس تصویروں کو نہیں ہٹوایا تو اس کا صرف ایک ہی مطلب ہوگا کہ آپ لوگ اس کے ساتھ ملے ہوئے ہو. اور دیکھو جا کے, ایک پکچر نہیں ہے, بس کر دو, خدا کے واسطے عقل کر لو. کل کو یہ تم لوگوں کو بھی نہیں بخشیں گے. میں کہہ رہی ہوں کہ جن کے منہ پہ خون لگ جاتا ہے وہ اپنوں کو نہیں بخشتے. بولو اس سے پہلے کہ ہماری جو قبر میں آئے گی نا رات, اس کے بعد اللہ تعالیٰ پوچھے گا کہ آواز کیوں نہیں اٹھائی تھی. جزاک اللہ. اور معذرت, میں نے دل دکھایا کہ عامر بھائی میں یہ کام نہیں کرنا چاہتی تھی, لیکن مجھے کہیں سے کسی کی کوئی آواز ہی نہیں آ رہی تھی کہ کوئی تو بول پڑے. دیکھیں یہ جو آپ نے کہا ہے امن ویر بھائی, اس پہ آپ کیجئے گا تبصرہ. یہ جو آپ نے کہا ہے نا کہ یہ چیزیں بیک فائر کر دیتی ہیں, جماعت احمدیہ کو یہ بات سمجھنی چاہیے کہ بشیر الدین محمود احمد میاں نے اپنی تقریروں کے ذریعے جو ایکسٹریمزم اور جو ریڈیکلزم پیدا کیا تھا نا, اسی کا خمیازہ اس کو بھگتنا پڑا تھا کہ بھرے مجمع میں اس کے اوپر خنجر کے ساتھ حملہ ہوا تھا. ایسے ہی نوجوان نے احمدی نے کیا تھا, کیونکہ وہ بیک فائر کر گئے. جب آپ لوگوں کو کہو گے کہ فلانو مار دو, فلانو کر دو, تمہاری غیرت کہاں گئی ہے, اس سے بہتر تھا یا مر جاتے یا مار دیتے, تو پھر بشیر الدین کے ساتھ یہی ہونا تھا. خدا را اس وقت سے ڈرو. اگر آپ چاہتے ہیں بات سلیقے طریقے کی ہو, ہم قائل ہیں کہ بات ہو, ٹھیک ہے جی, یہ بنیادی ہمارا موقف ہے. باقی اگر آپ یہ بلاسفیمی چل رہی ہے, لوگوں کی ماؤں بہنوں ان کی عزتوں کو اچھالنے کا طریقہ کار آپ اختیار کر رہے ہیں, تو یہ مسلمان کی پسلی تو برداشت کر جائے گی, ٹھیک ہے نا. مگر یہ ہے کہ احمدیت کا چہرہ سامنے آ جائے گا, قادیانیت کا. وہ ایک بار عامر عزیز صاحب ایک بندے سے بات ہونے لگی, تو کئی دوستوں نے کہا یار یہ بندہ جو ہے نا یہ بلاسفیمی کر دیتا ہے, نبی پاک صلی اللہ علیہ وسلم کی شان میں گستاخی کر دیتا ہے. تو وہ جو براڈ تھی نا, میں نے کہا اس براڈ کے اوپر میں افورڈ کر سکتا ہوں کیونکہ پبلک کے سامنے میں برداشت تو نہیں کر سکوں گا, مگر اگر کسی نے نبی پاک صلی اللہ علیہ وسلم کی شان میں گستاخی کی تو براڈ تھی احمدی کی, تو یہ کس منہ سے کہیں گے. اور حقیقت یہ ہے کہ جماعت احمدیہ کے جو یہ مربیین اور زنادقہ ہیں, افسوس کے ساتھ کہنا پڑتا ہے, جن کی زد میں عام احمدی بھی پستا ہے, مسلمان بھی پستا ہے اور معاشرے بھی پستے ہیں. حقیقت یہ ہے کہ یہ وہ لوگ ہیں کہ جنہوں نے اپنے چہرے ڈھانپے ہوئے ہیں اس پلاننگ کے تحت کہ یہ پکے ٹھکے جو ہے نا مسلمان ہیں, مگر جب حقیقت کھلتی ہے نا تو ذرا پبلک کے سامنے آ جاتا ہے کہ یار یہ تو کہتے تھے ہم اسلام کے سگے ہیں, تو یہ تو پہلی گال ہی انبیاء نو کٹ دینے. یہ تو کہتے تھے کہ ہم اللہ کے ماننے والے ہیں, یہ سب سے پہلا جملہ ہی اسلام پر اور قرآن پہ کستے ہیں. تو پھر کئی لوگوں کو ہوش آتی ہے.
تو بھائی یہ جیسے زخم کھا کے اگر علاج ہوتا ہے تو کئی دفعہ وہ بھی ضروری ہو جاتا ہے. جی ابھی کی نہیں لگی ہوئی ہے، کم سے کم بھی 4 دن تو کہیں نہیں گئے، اور بدل بدل کے لگاتے ہیں. ان کے والد صاحب کی بھی لگاتے ہیں. نہیں، میں ان کو دفاع اس لیے نہیں کر سکتی تھرو ایم ڈی، کیونکہ مجھے اللہ تعالیٰ نے پوچھنا ہے کہ میری زبان تھی تو میں گواہی دے سکتی تھی. میں نے اس کو اپنی لگائی ہے بلر کر کے. میں نے عطاء المنان صاحب، میں نے سب کو بھیجی ہے کہ دیکھتے ہیں شاید کوئی جاگ جائے. صرف دعووں سے کچھ نہیں ہوتا، کچھ کرنا بھی پڑتا ہے. عطاء المنان صاحب کی والدہ نہیں ہے یہ، میری تو ہیں. نہیں، جماعت احمدیہ کی یہ مجموعی سوچ ہے، مزاج احمدیت ہے ہی یہ. مجھے افسوس صرف اس بات پر ہو رہا تھا کہ وہاں پارسا بننے کی کوشش وہ بندہ کر رہا تھا اور وڈائے صاحب کے ساتھ بات وہ بندہ کر رہا ہے جو مرزائیوں میں ٹاپ پر ہے، گالی بازی میں، شاطمیت میں پہلے نمبر. ان سب کا وہ استاد ہے، شاطمیت میں ان سب کا وہ استاد ہے. ہم کسی زمانے میں واٹس ایپ پر ہم نے ان کے چہرے دیکھے ہوئے ہیں کہ کون کون کس کس لیول تک جا سکتا ہے. جس لیول تک یہ بندہ جا چکا ہے، ملحد بن کر مفتی مبشر صاحب کے ساتھ یوٹیوب پر یہ پروگرام بھی کر چکا ہے. فری تھنکر یا اس طرح کی کوئی آئی ڈی تھی اس نام سے، ملحد بن کر بھی یہ سیدھی سیدھی باتیں کر چکا ہے. نبی پاک سوری، یہ کوئی بھی بندہ ٹرائی کرنا چاہتا ہے احمدیوں میں سن رہا ہے، ہماری طرف نہ کہنا، یوٹیوب پہ جائیں، لکھیں سلیم میر ملحد ہو گیا، صرف اتنا لکھیں، مفتی مبشر شاہ ساتھ لکھ دیں. فری تھنکر کے نام سے آئی ڈی آئے گی، سلیم میر ہے، مذہب بیدار، ملحد، میرے سوال ہیں، یہ وہ ساری وہ ویڈیو آپ کو مل جائے گی. یوٹیوب پر پڑھیے، جا کے دیکھ لو. اور اس کے بعد اس نے توبہ طائب بھی نہیں کی ہوئی کہ مطلب کبھی کہ جب میں نے رجوع کر لیا تھا، میں اس وقت بھٹک گیا تھا، یہ تھا وہ تھا. فراڈی ہے کہ نمبر دا. جی سوری. ہاں جی، یہ بالکل کہنے کا مطلب یہ ہے کہ اگر اس کے علاوہ یہ ورک صاحب ہے نا، یہ وڈائے صاحب سے گلہ کر رہے ہوتے تو کوئی بات بنتی تھی، اور کوئی بندہ بات کر رہا ہوتا، وڈائے صاحب سے شکوہ شکایت کر رہا ہوتا تو کوئی بات بنتی تھی. جواد کرتا، وہ جو وہاں بیٹھا ہوا تھا، کمالات اسلام بھی کر لیتا تو ڈائجسٹ ہو سکتی تھی بات. وہ وڈائے صاحب کو گلہ کر رہا ہے کہ جو اس ٹک ٹاک پر مرزائیوں کی طرف سے ٹاپ کلاس گالی باز ہے اور ٹاپ کلاس شاتم ہے، وہ وڈائے صاحب کو کہہ رہا ہے کہ جی وہ فلاں جس کو آپ لاما لاما کہتے ہیں وہ تو ہمارے قابرین کو منہ بھر بھر کے گالیاں دیتا ہے. اپنی گالیاں سنی ہے کہ اور میں سناؤں؟ سارا ریکارڈ تمہارا ہمارے پاس محفوظ ہے، گالیوں کا بھی، تمہارے میسیجز کا بھی. ابھی تک واٹس ایپ کے میسج میرے پاس تمہارے محفوظ ہیں جن میں تم نے شاطمیت کی ہوئی ہے. جب کسی مسلمان نے کہا کہ مرزا قادیانی چوڑوں کا نبی تھا، جو تم نے ہمارے محبوب نبی صلی اللہ علیہ وسلم کے بارے میں جواب دیا تھا، وہ ابھی تک میرے واٹس ایپ میں محفوظ ہے. تو تم کہہ رہے ہو لوگوں کو کہ یہ گالی باز، یہ ہمارے قابرین کو گالیاں دیتے ہیں. تم سے بڑا گالی باز کون ہے؟ اور یہ جس کی ابھی ویڈیو لگائی ابھی سسٹر نے، جن کے براڈ کی پکچر لگائی، یہ اس کا سگا بہنوئی ہے، ناصر کے ساتھ اس کی بہن بیاہی ہوئی ہے. وہ وہاں پر پکچر لگا کے بیٹھے ہوئے ہیں ہماری ماؤں بہنوں بیٹیوں کی. یہ یہاں پر آپ کو پارسا بن کے صفائیاں دے رہے ہیں کہ دیکھیں جی آپ مسلمانوں میں فلانا فلانا گالی باز ہے، فلانا فلانا گالی باز ہے. تو مسلمانوں کو ضرورت کیا ہے کہ ان کی یہ اتنی لمبی چوڑی لن ترانیاں سننے کی؟ میں تو سمجھتا اس کی ضرورت ہی نہیں ہے بھائی جان. آپ سننا چاہتے سنیں، لیکن اللہ گواہ ہے کہ میں اس کو کوئی ذاتی بغض اور یہ نہ سمجھے کہ کوئی آپ سے وڈائے صاحب نائس آدمی ہیں، ان سے مجھے کوئی شکوہ نہیں ہے ذاتی طور پر، لیکن ایک جماعتی بات میں کر رہا ہوں، اجتماعی بات کر رہا ہوں، مسلم امت کے مفاد کی بات کر رہا ہوں. قوم کے مفاد میں یہ نہیں ہے کہ ایک مرزائی آپ کو دابے مار رہا ہو اور کوئی بھی مسلمان سنگل، میں کسی کا نام نہیں لیتا، وڈائے صاحب ہوں یا میں ہوں، میں وہاں اس کی بکواس سنوں بیٹھ کر، نیچے اس کی بک بک سنوں. میرے بھائی سنیں گے، وہ کہیں گے ہو مرزائی اتنے چھائے ہوئے ہیں ٹک ٹاک پہ، ہمارا بندہ آگے سے بول ہی نہیں رہا، بول ہی نہیں سکتا. نہیں کر سکتے. کالو سلام، اپنی براڈیں لگائیں، اپنی براڈوں پر لگا کر اس مرزائیت کو ننگا کریں. یہ دیکھیں 200 بندہ سن نہیں رہا. یہ ٹک ٹاک تو ایپلیکیشن ایسی ہے کہ آپ کو ان کی براڈ پر جا کر ان کی لغویات سننے کی ضرورت ہی نہیں ہے. آپ اپنی براڈ پر جو بھی بات کر رہے ہیں وہ سن رہے ہیں، جس طرح ہم نے ان کی وہ ساری لن ترانیاں سویرے سنی ہیں، وہ بھی ہماری سن رہے ہیں.
जरूरत क्या है कि उनके सामने हम बैठ के तो इनको इतना प्रोटोकॉल दें और इतना इनको सर पे चढ़ाएं कि हम इनकी बराड पर जाकर अपने सूफिया की इबारतें पढ़कर इनकी ख्वाहिश के मुताबिक हम उनका जवाब देंगे। नीचे वाली लाइन पढ़ो, ऊपर वाली लाइन पढ़ो, दाएं वाली लाइन पढ़ो, बाएं वाली लाइन पढ़ो, आगे पढ़ो, नीचे पढ़ो, पीछे पढ़ो, ऊपर पढ़ो। क्यों? खैर है तुसी जट हो ते असीं तुहाडे मज़ारे हां? ना ना ना, मामला उलट है। तुम मज़ारे हो, तुम नीच हो, तुम गिरी हुई कौम हो, तुम्हें निकाला गया बाई फोर्स, पकड़कर उम्मत से बाहर निकाला गया जैसे मक्खन में से बाल निकाला जाता है, तुम्हारे करतूतों की वजह से, तुम्हारी इनिशात मीतों की वजह से। वरना कोई जाती बोगस थोड़ी था किसी का आपके साथ। आपको इसलिए निकाला गया कि आपके करतूत काले हैं, आपकी बुनियाद शातमियत पर है। आप हर बात में इल्जामी जवाब देकर मुसलमानों के जो इस्लामी मुकद्दसात हैं, बिलखुसूस इमामुल अंबिया हजरत मोहम्मद मुस्तफ़ा सल्लल्लाहु अलैहि वसल्लम की पाक ज़ात, उनके बारे में ऐसी ऐसी बकवास करते हैं जो अभी मैंने आपको सुनाई है, सुनी आप सबने। तो इसलिए आपको निकाला गया कि ऐसा कोई मुसलमानों का गिरोह नहीं कर सकता जो ये हरकतें करता है अपने काबर को बचाने के लिए। हमारे महबूब नबी पर जो कुत्ते की तरह यूं भौंके, उसका इस्लाम से कोई लेना देना नहीं हो सकता। वो जाए बाहर जाके जिस कौम से जाके मिलना चाहता है मिल जाए, मुस्लिम कौम से उसका कोई लेना देना नहीं है। तो आपको पकड़कर निकाल दिया गया। तो आपकी वो हैसियत नहीं है जिस हैसियत से आप बात करने की कोशिश करते हैं ना टिकटॉक पे। इतना ही काफी समझो, इसी को गनीमत समझो कि आपको कह रहे हैं कि आप बराबरी की सतह पर बात करो, जहां चाहो, जिस वक्त चाहो, जितने बंदे चाहो, बराबरी की, जो आप में बहुत अपने आप को चरब जुबान समझता हो, बराबरी की सतह पे बात करो। ये हुई है ना बराबरी की सतह पे बात मलक तलत की बराड पे। 3 मिनट में माइक नहीं खोलता था, जो मर्जी तुमने बकबक करनी है कर लो। जितना तुम बकबक करोगे लोगों को तुम्हारी असलियत का पता चलेगा कि तुम मिर्जाई कितने बड़े शातिम हो। तुम जिस तरह भी घुमा फिरा के भी गाली दो, सबको पता चल रहा है सुनने वालों को कि तुम इस्लामी मुकद्दसात को गालियां दे रहे हो, भौंक रहे हो। जब मैं 3 मिनट माइक खोलता था चीखें निकल जाती थी। पता लगा बराबरी की सतह पे बात करना कितनी महंगी है तुम्हारे लिए। ये है मसला इनको, ये बराबरी की सतह पर बात कर नहीं सकते, इसलिए ये बदमाशी करने की कोशिश करते हैं। और मुझे तो 1-2 लोगों ने साफ कहा, मैंने सुना अपने कानों, मुझे तो नहीं कह सकते इंशाल्लाह, किसी मुसलमान को कह रहे, मैं सुन रहा था, कहते हैं हम तुम्हारे साथ उसी लहजे से बात करेंगे जिस लहजे से तुम हमारे साथ पाकिस्तान में किया करते थे। जिस तरीके से तुम पाकिस्तान में हमारे साथ बात किया करते थे ना, हम तुम्हारे साथ उसी लहजे में हम बात करेंगे। अब मैं क्या वो बदला लेने लगे पाकिस्तान वाला? ना ना पुत्रा ना, इंज गुजारा नहीं होना, इंज बराबर नहीं होना काम। अगर ये कर भी लोगे किसी भोले भाले मुसलमान को बिठाकर, तुम दाबा मार भी लोगे ना, तुमने फिर उसी हैसियत में रहना है, सेकंड क्लास सिटीजन ही रहना है तुमने पाकिस्तान में। मुस्लिम उम्मत से अलग ही रहना है तुमने। जिसको तुम अपना सरबरा बना के बैठे हो, किसी मुस्लिम मुल्क में कदम नहीं रख सकता अपना नापाक। जिसको तुम रजी अल्लाह कहते हो ना, ये तुम्हारा रजी अल्लाह, ये किसी मुस्लिम, मैंने पूछा एक मरजाई से, ये जो नीचे भी गालियां दे रहा था थोड़ी देर पहले, मैंने कहा तुम कुवैत में होते हो, ये जितने गल्फ कंट्रीज हैं इनमें क्यों नहीं जाता ये सरबरा तुम्हारा? इधर यूके में घूमता है, यूरोप में दौरे करता है, कनाडा जाता है, अमेरिका जाता है, उधर क्यों नहीं जाता? दुबई चला जाए, दुबई में तो कोई पाबंदी नहीं ना, कोई मसला नहीं है, इस तरह का कोई मजहबी मुल्क तो नहीं हो, तो टूरिस्ट के लिए ओपन है सबके लिए। वहां क्यों नहीं जाता? कुवैत क्यों नहीं जाता? कतर क्यों नहीं जाता? बहरीन, मस्कत क्यों नहीं जाता? चलो सऊदिया ना जाए, वहां पर तो उनको टोका बहुत तेज है उनका, सऊदिया वालों का, ना जाए। इधर क्यों नहीं जाता? कहता अमर साहब आपको पता ही है क्यों नहीं जाता। नहीं, उस वाडी सलाह है कि मौलवी अब्दुल लतीफ तरह तुखम रेजी करवा लवे। इन्होंने एक ही काफी है। तो बहरहाल ये आपकी ये हैसियत है कि आपको निकाल दिया गया है। अब आप मुस्लिम उम्मत की सरजमीन पर, जितनी भी वो पाक सरजमीन है, सबसे ज्यादा पाक सरजमीन हमारे हरमैन शरीफैन है, और फिर उसके बाद जितने भी मुस्लिम ममालिक हैं, किसी पाक सरजमीन पर तुम अपने नापाक कदम रख तक नहीं सकते। तो तुम दावे किस लिए मारते हो? मार लो वड़ाई साहब जैसे शरीफ आदमी को बिठा के, तो पता पुत्र तां लग सी ना जदों मैंने कहा ना कली घोड़ी भजे तेरी बहुत मिठिया, घोड़े साढ़े ना भजाऊं पता फिर लगूगा। तेरी चरब जुबानी, तेरी ये बातें, मजा तो तब आता है बराबर बैठ के कर तू। फिर मैं तुम्हें बताऊं कि तेरे जैसा गालीबाज और तेरे ये सारा ग्रुप, तेरा बहनोई और तेरे ये दूसरे रिश्तेदार सब गालीबाज हैं। टिक टाक भरा हुआ है मिर्जाइयों की गालियों से।
अल्लाह की कसम खा के कहता हूं, वो बंदे जो मिर्जाइयों के लिए सॉफ्ट कार्नर रखते हैं, जो मिर्जाइयों की इबादत गांव में जाके इबादत भी कराते हैं, हुसैनी साहब जैसे बंदे, जो इनके फंक्शन में जाके खाना भी खाते हैं, हुसैनी साहब जैसे नरम मिजाज बंदे, जो इनको कहते हैं तुम मुसलमान, अपने आप को कहते हो तुम मुसलमान हो, मेरा क्या एतराज है, तुम जो भी कहते हो ठीक है, वो तुम्हारी नज़में लगा के तुम्हें बुलाते। उन जैसा बंदा भी अल्लाह की कसम खा के कहता हूं मिर्जाइयों के मिजाज से इतना बेजार होता है, वो कहता है ये है अहमदियत का मिजाज। 7-8 बंदे मिल के पड़ जाते हो एक बंदे को। मुझे वो मजाकन कहते हैं लामा साहब तुझे चुप कर जो 7 अकलीयत विच ने, तो तुसी कल्ले अक्सरीयत जो तुसा उस वेले बोलना जिसे 7 बंदे गल कर लेना। कोई शर्म करो, 7 बंदे गालियां देते हो, वो कहते हैं कुछ शर्म करो, एक बंदा वो बोलता ही नहीं आगे से, फिर भी तुम्हें शर्म नहीं आती। तुम्हारे इखलाक से, तुम्हारे मिजाज से ये सारा टिक टक वाकिफ हो गया है, हत्ता कि अब तुम्हारा खलीफा भी नीचे से चीख चीख कर कह रहा है ओए बंद करो बकवास, ओए तुम गंदी गालियां दे रहे हो, तुमसे मुसलमानों की जुबान अच्छी है। जब तुम्हारा खलीफा यहां तक कह रहा है कि तुमसे मुसलमानों की जुबान अच्छी है, तुम यहां पर सफाइयां दे रहे हो वडाई साहब के सामने बैठ के कि देखिए फलाना बंदा हमारे काबरीन को गालियां देता है। काबरीन वेखो पहला मुंह ना मत्था ते जिन पाड़ू लत्था, काबर हमारे काबर तुम्हारे काबरीन। इनका अमर भाई वो काबर गया था, उसने लिखा था मिर्ज़ा ताहर ने सऊदी गवर्नमेंट को कि भाई मैं जमाते अहमदिया मुसलमान का खलीफा होता हूँ, तो मैंने उम्रा करना है तो मुझे इजाज़त बख्शी जाए। उन्होंने कहा पुत्र जे ते मुसलमान बन के आएगा तो अखां ते बिठावांगे, तो जे मुसलमा कज़ाब दे पैरोकार बन जाएगा तो फिर असी हज़रत अबू बकर सदीक रज़ी अल्लाह तआला अन्हु दे पैरोकार हाँ। ले मां मर जा खलीफे दी दोबारा इन्हें उमरे का नाम ही लिया होए। ਇਹਦੀ ਤਾਂ ਇਹ ਹਾਲ ਆ ਉੱਥੇ ਇੰਗਲੈਂਡ ਦੇ ਵਿੱਚ ਜਿੱਥੇ ਇਹਨਾਂ ਦਾ ਗਾੜਾ ਖਲੀਫਾ ਬਣਿਆ ਬੈਠਾ, ਜਿੱਥੇ ਉੱਥੇ ਅੰਗਰੇਜ਼ਣੀ ਦੇ ਕੁੱਤੇ ਨੂੰ ਛੜੀ ਨਾਲ ਉਹਨੇ ਡਰਾਇਆ ਸੀ। ਮਿਰਜ਼ਾ ਤਾਹਰ ਨੇ ਵਾਕ ਕਰਨ ਗਿਆ ਸੀ ਨਾ ਉੱਥੇ ਪਾਰਕ ਦੇ ਵਿੱਚ, ਤੇ ਅੰਗਰੇਜ਼ਣੀ ਆਪਣਾ ਕੁੱਤਾ ਲੈ ਕੇ ਤੇ ਜਾ ਰਹੀ ਸੀ, ਤੇ ਇਹਦੇ ਕੋਲੋਂ ਦੀ ਕਿਧਰੇ ਲੰਘਿਆ ਤਾਂ ਉਹਨੇ ਛੜੀ ਨਾਲ ਸਿਰਫ ਦੂਰੋਂ ਡਰਾਇਆ ਕੁੱਤੇ ਨੂੰ, ਉਹ ਧੌਣ ਤੋਂ ਫੜ ਕੇ ਇਹਨੂੰ ਥਾਣੇ ਲੈ ਗਈ। ਉਹ ਥਾਣੇ ਖਿੱਚ ਕੇ ਲੈ ਗਈ, ਉੱਥੇ ਜਾ ਕੇ ਮਾਫੀਆ ਮੂਫੀਆ ਮੰਗ ਕੇ ਇਹਨੂੰ ਜਾਨ ਛੜਾਈ। ਇਹ ਤੇ ਇਹਨਾਂ ਦੇ ਔਕਾਤ ਹੈਗੀ, ਇਹ ਤੇ ਸ਼ੇਰ ਬਣੇ ਫਿਰਦੇ ਨੇ। हाँ, तो बंदे को उसी